ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮੋਹਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਫਲਾਈ ਅਬਰੋਡ ਇਮੀਗ੍ਰੇਸ਼ਨ ਅੰਮ੍ਰਿਤਸਰ। ਅੱਜ ਮੈਂ ਇੱਥੇ ਲਾਈਵ ਹੋਈ ਹਾਂ ਤੁਹਾਡੇ ਸਾਹਮਣੇ। ਇੱਕ ਮੈਂ ਯੂਨੀਵਰਸਿਟੀ ਨੂੰ ਲੈ ਕੇ ਲਾਈਵ ਹੋਈ ਹਾਂ ਕੈਨੇਡਾ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ, ਬਹੁਤ ਸਾਰੇ ਸਾਲਾਂ ਤੋਂ ਜਿਹੜੀਆਂ ਮੈਂ ਸਰਵਿਸਿਜ਼ ਦੇ ਰਹੀ ਹਾਂ ਸਟੂਡੈਂਟਸ ਨੂੰ, ਕੈਨੇਡਾ ਵਾਸਤੇ, ਆਸਟ੍ਰੇਲੀਆ ਵਾਸਤੇ, ਨਿਊਜ਼ੀਲੈਂਡ ਵਾਸਤੇ, ਯੂਕੇ ਵਾਸਤੇ, ਯੂਐਸ ਵਾਸਤੇ। ਬਟ ਅੱਜ ਦੀ ਜਿਹੜੀ ਮੇਰੀ ਲਾਈਵ ਹੋਏਗੀ ਇਹ ਸਿਰਫ ਕੈਨੇਡਾ ਨੂੰ ਲੈ ਕੇ ਹੋਊਗੀ। ਔਰ ਕੈਨੇਡਾ ਦੇ ਵਿੱਚ ਵੀ ਜਿਹੜੀ ਹੈਗੀ ਹੈ ਵਿਦਆਊਟ ਆਇਲਸ ਵਾਲੀ ਯੂਨੀਵਰਸਿਟੀ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ। 3 ਯੂਨੀਵਰਸਿਟੀਆਂ ਨੇ ਮੇਰੇ ਕੋਲ। ਇੱਕ ਮੇਰੇ ਕੋਲ ਹੈਗੀ ਓਨਟਾਰੀਓ ਪ੍ਰੋਵਿੰਸ ਦੇ ਵਿੱਚ, ਦੂਸਰੀ ਹੈਗੀ BC ਦੇ ਵਿੱਚ, ਤੇ ਇੱਕ ਮੇਰੇ ਕੋਲ ਹੈਗੀ ਕਿਊਬਿਕ ਦੇ ਵਿੱਚ। ਇਹ 3 ਪ੍ਰੋਵਿੰਸਿਸ ਦੇ ਵਿੱਚ ਮੇਰੇ ਕੋਲ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਜਿਹੜੇ ਖਰਚੇ ਨੇ ਉਹ ਵੀ ਬਹੁਤ ਘੱਟ ਨੇ। ਤੁਸੀਂ ਅੱਜ ਤੱਕ ਸੁਣਿਆ ਨਹੀਂ ਹੋਊਗਾ ਕਿ 2.5 ਲੱਖ ਰੁਪਈਆ ਫੀਸ ਜਿਹੜੀ ਹੈਗੀ ਹੈ ਭਰ ਕੇ ਤੇ ਬੱਚਾ ਜਿਹੜਾ ਇੰਡੀਆ ਤੋਂ ਆਪਣਾ ਟਰੈਵਲ ਕਰ ਸਕਦਾ ਆਪਣਾ ਵੀਜ਼ਾ ਲੈ ਕੇ। ਸੋ 2.5 ਲੱਖ ਰੁਪਏ ਤੁਹਾਡੀ ਫੀਸ ਹੋਏਗੀ। ਔਰ ਫਰਦਰ ਜਿਹੜਾ ਹੈਗਾ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਇੱਥੇ ਮੈਂ ਬੈਨੀਫਿਟ, ਤੁਹਾਨੂੰ ਵਿਦਆਊਟ ਆਇਲਸ ਜਿਹੜਾ ਵਾ ਤੁਹਾਡੀ ਫਾਈਲ ਲੱਗੇਗੀ ਇਸ ਯੂਨੀਵਰਸਿਟੀ ਦੇ ਵਿੱਚ। ਔਰ ਇੱਕ ਚੀਜ਼ ਹੋਰ ਦੱਸ ਦਵਾਂ, ਸਭ ਤੋਂ ਮੇਨ ਗੱਲ ਜਿਹੜੀ ਹੈਗੀ ਗਵਰਨਮੈਂਟ ਯੂਨੀਵਰਸਿਟੀ ਹੈਗੀ ਆ ਜਿਸ ਦੇ ਵਿੱਚ ਕਿ ਤੁਹਾਨੂੰ ਵਰਕ ਪਰਮਿਟ ਵੀ ਨਾਲ ਹੀ ਮਿਲ ਰਿਹਾ। ਕੋਈ ਇਹ ਨਹੀਂ ਹੈਗਾ ਕਿ ਤੁਹਾਨੂੰ ਇੱਥੋਂ ਉੱਠ ਕੇ ਤੇ ਹੋਰ ਕਿਤੇ ਜਾਣਾ ਪਊਗਾ ਆਪਣੀ ਐਡਮਿਸ਼ਨ ਕਰਾਉਣ ਲਈ, ਤੁਹਾਡੇ ਪੈਸੇ ਜਿਹੜੇ ਵੇਸਟ ਹੋ ਜਾਣਗੇ। ਤੁਹਾਨੂੰ ਪ੍ਰੋਪਰ ਉਸੇ ਯੂਨੀਵਰਸਿਟੀ ਦੇ ਵਿੱਚ ਵੀ ਤੁਹਾਨੂੰ ਵਰਕ ਪਰਮਿਟ ਮਿਲੂਗਾ। 2.5 ਲੱਖ ਰੁਪਇਆ ਫੀਸ, ਗਵਰਨਮੈਂਟ ਯੂਨੀਵਰਸਿਟੀ, ਔਰ ਜਿਹੜਾ ਵਾ ਵਰਕ ਪਰਮਿਟ ਤੁਹਾਨੂੰ ਨਾਲ ਹੈਗਾ। ਔਰ ਪਲੱਸ ਜਿਹੜਾ ਵਾ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਆ। ਉਸ ਦਾ ਵੀ ਇੱਕ ਰੀਜ਼ਨ ਹੈਗਾ, ਜਿਵੇਂ ਕਿ ਸਾਰੇ ਜਾਣਦੇ ਹੀ ਹੈ, ਕੋਵਿਡ-19 ਕਰਕੇ ਜਿੰਨੀਆਂ ਵੀ ਕੰਟਰੀਜ਼ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, US, UK, ਇਹ ਸਾਰਿਆਂ ਕੋਲ ਰੈਵਨਿਊ ਨਹੀਂ ਹੈਗਾ ਤੇ ਇਕਨੋਮੀ ਡਾਊਨ ਹੋ ਚੁੱਕੀ ਆ। ਇਸ ਕਰਕੇ ਜਿਹੜਾ ਵਾ ਚਾਈਨਾ ਦੇ ਸਟੂਡੈਂਟਸ ਉਹਨਾਂ ਨੇ ਲੈਣੇ ਬੰਦ ਕਰ ਦਿੱਤੇ ਹੈਗੇ ਤੇ ਉਸ ਦਾ ਫਾਇਦਾ ਅੱਜ ਸਾਡੀ ਇੰਡੀਆ ਜਿਹੜੀ ਹੈਗੀ ਉਹ ਚੁੱਕਣ ਜਾ ਰਹੀ ਹੈ। ਔਰ ਖਾਸ ਕਰਕੇ ਸਾਡੇ ਪੰਜਾਬੀ, ਸਾਡੇ ਪੰਜਾਬ ਦੇ ਸਟੂਡੈਂਟਸ ਜਿਹੜੇ ਕਿ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਜਨੂਨ ਹੁੰਦਾ ਹੈ ਕਿ ਉਹਨਾਂ ਨੇ ਬਾਹਰ ਜਾ ਕੇ ਸੈਟਲ ਹੋਣਾ। ਔਰ ਸੈਟਲ ਹੋਣਾ ਵੀ ਬਹੁਤ ਜ਼ਰੂਰੀ ਉਹਨਾਂ ਵਾਸਤੇ, ਕਿਉਂਕਿ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਨੂੰ ਜਿਹੜਾ ਵਾ ਗਵਰਨਮੈਂਟ ਜੌਬਸ ਨਹੀਂ ਮਿਲਦੀਆਂ। ਖੇਤੀਬਾੜੀ ਦੇ ਵਿੱਚ ਬੱਚੇ ਜਿਹੜੇ ਨੇ 1-2 ਕਿੱਲਿਆਂ ਨੂੰ ਲੈ ਕੇ ਵੀ ਇਨਕਮ ਦਾ ਸੋਰਸ ਨਹੀਂ ਹੈਗਾ। ਤੇ ਜਿੰਨੇ ਵੀ NRIs ਨੇ ਸਾਡੇ ਪੰਜਾਬੀ ਉੱਥੇ ਬੈਠੇ ਨੇ, ਤਕਰੀਬਨ ਬੜੀ ਅੱਛੀ ਸੈਟਲਮੈਂਟ ਕਰਕੇ ਬੈਠੇ ਨੇ ਇਹਨਾਂ ਕੰਟਰੀਆਂ ਦੇ ਵਿੱਚ। ਤੇ ਉਹਨਾਂ ਦੀ ਫੈਮਲੀਜ਼ ਜਿਹੜੀਆਂ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਅੱਛੀ ਕੋਠੀਆਂ ਪਾਈਆਂ ਨੇ, ਬੜੇ ਅੱਛੇ ਉਹਨਾਂ ਦੇ ਜਿਹੜੇ ਨੇ ਸੁਪਨੇ ਸਾਕਾਰ ਹੋਏ ਨੇ ਸਿਰਫ ਸਾਡੇ ਸਟੂਡੈਂਟਸ ਦੀ ਬਦੌਲਤ, ਜਿਹੜੇ ਕਿ ਇਹਨਾਂ ਨੇ ਜਾ ਕੇ ਉੱਥੇ ਸਟਰਗਲ ਕੀਤਾ ਤੇ ਆਪਣੀ PR ਪਾਈ। ਤੇ ਇਸ ਕਰਕੇ ਕੋਵਿਡ-19 ਨੂੰ ਵੀ ਧਿਆਨ 'ਚ ਰੱਖਦਿਆਂ ਹੋਇਆਂ 1.5-2 ਮਹੀਨੇ ਪਹਿਲਾਂ ਅਸੀਂ ਕੋਈ ਕੰਮ ਨਹੀਂ ਕੀਤਾ, ਕਿਉਂਕਿ ਉਸ ਟਾਈਮ ਦੇ ਹਾਲਾਤ ਹੀ ਨਹੀਂ ਸੀਗੇ ਇਹੋ ਜਿਹੀ ਗੱਲ ਕਰਨ ਵਾਸਤੇ। ਬਟ ਹੁਣ ਇਹੋ ਜਿਹੀ ਸਿਚੁਏਸ਼ਨ ਆ ਗਈ ਆ ਕਿ ਅਸੀਂ ਹੁਣ ਉਹਨਾਂ ਚੀਜ਼ਾਂ 'ਚੋਂ ਨਿਕਲ ਕੇ ਬਾਹਰ ਆਏ ਆ। ਲੋਕਡਾਊਨ ਵੀ ਸਾਡੇ ਜਿਹੜੇ ਨੇ ਥੋੜੇ ਓਪਨ ਹੋ ਗਏ ਨੇ, ਲੋਕ ਜਿਹੜੇ ਇੱਥੇ ਉੱਥੇ ਫਿਰਨਾ ਤੁਰਨਾ ਸਟਾਰਟ ਹੋ ਗਏ ਨੇ। ਤੇ ਨਾਲ ਜਿਹੜਾ ਵਾ ਸਾਨੂੰ ਆਪਣੇ ਬੱਚਿਆਂ ਦਾ ਫਿਊਚਰ ਨੂੰ ਵੀ ਧਿਆਨ 'ਚ ਰੱਖਦਿਆਂ ਹੋਇਆਂ, ਕਿਉਂਕਿ ਬੱਚੇ ਜਿਹੜੇ ਨੇ ਇੱਥੇ ਕੀ ਕਰ ਪਾਉਣਗੇ, ਉਹ ਬੱਚੇ ਇੱਥੇ ਕਿਸ ਤਰ੍ਹਾਂ ਸੈਟਲ ਹੋ ਪਾਉਣਗੇ, ਉਹਨਾਂ ਨੂੰ ਵੀ ਧਿਆਨ 'ਚ ਰੱਖਦਿਆਂ ਹੋਇਆਂ, ਉਹਨਾਂ ਦੀ ਡਿਮਾਂਡ ਨੂੰ ਵੇਖਦਿਆਂ ਹੋਇਆਂ ਅਸੀਂ ਦੁਬਾਰਾ ਜਿਹੜਾ ਵਾ ਹੁਣ ਸਟੂਡੈਂਟਸ ਦੇ ਵਿੱਚ ਇੱਕ ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਇੱਕ ਆਪਣੀ ਵੀਡੀਓ ਦੇ ਜ਼ਰੀਏ, ਭਾਵੇਂ ਮੈਂ Facebook ਤੇ, ਭਾਵੇਂ YouTube ਤੇ, ਭਾਵੇਂ ਇੰਸਟਾ ਤੇ, ਭਾਵੇਂ ਟਵਿੱਟਰ ਤੇ, ਭਾਵੇਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਪਲੇਟਫਾਰਮ ਨੇ। ਤੇ ਅੱਜ ਜਿਹੜਾ ਵਾ ਮੈਂ ਬੱਚਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਿ ਉਹਨਾਂ ਦੀ ਫੀਸ ਵੀ ਜਿਹੜੀ ਹੈਗੀ ਬਿਲਕੁਲ ਘੱਟ ਜਾਣੀ ਚਾਹੀਦੀ ਆ, ਕਿਉਂਕਿ ਆਲਰੇਡੀ ਇੰਨਾ ਕੁ ਜ਼ਿਆਦਾ ਫ੍ਰੀ ਬੈਠ ਕੇ ਲੋਕਾਂ ਦੀ ਫਸਲਾਂ ਜਿਹੜੀਆਂ ਨੇ ਉਹ ਵੀ ਨਹੀਂ ਵਿਕੀਆਂ, ਉਹਨਾਂ ਦੇ ਪੈਸੇ ਵੀ ਨਹੀਂ ਪ੍ਰੋਪਰ ਆਏ। ਜਿਨ੍ਹਾਂ ਦੀ ਜੌਬਸ ਸੀਗੀਆਂ, ਜੌਬਸ ਦੀ ਵੀ ਉਹਨਾਂ ਨੂੰ ਸੈਲਰੀਆਂ ਨਹੀਂ ਮਿਲੀਆਂ, ਬਹੁਤ ਜ਼ਿਆਦਾ ਲਾਸ ਹੋਇਆ। ਤੇ ਯੂਨੀਵਰਸਿਟੀਆਂ ਜਿਹੜੀਆਂ ਸੀਗੀਆਂ ਸਾਡੀ ਕੈਨੇਡਾ ਦੀਆਂ, ਉਹਨਾਂ ਨੇ ਸਾਡੇ ਨਾਲ ਜਿਹੜਾ ਵਾ ਸਾਨੂੰ ਫੀਸ ਹੈ ਜਿਹੜੀ ਉਹ ਬਿਲਕੁਲ ਘਟਾ ਕੇ ਤੇ ਸਾਨੂੰ ਉਹਨਾਂ ਨੇ ਦੱਸਿਆ ਵਾ ਕਿ ਤੁਸੀਂ ਮਿਨੀਮਮ ਜਿਹੜੀ ਹੈਗੀ ਹੈ ਮੈਕਸਿਮਮ ਤੁਹਾਡੀ ਸਿਰਫ 2.5 ਲੱਖ ਰੁਪਏ ਫੀਸ ਲੱਗੂਗੀ। ਤੇ ਬੱਚੇ ਜਿਹੜੇ ਸਾਡੀ ਯੂਨੀਵਰਸਿਟੀ ਤੁਸੀਂ ਭੇਜੋ, ਵੀਜ਼ਾ ਚਾਂਸਿਸ ਵੀ ਤੁਹਾਡੇ ਬਹੁਤ ਹਾਈ ਹੋਣ ਵਾਲੇ ਨੇ। ਉਸ ਦਾ ਰੀਜ਼ਨ ਹੈਗਾ ਕਿ ਉਹਨਾਂ ਕੰਟਰੀਜ਼ ਨੂੰ ਰੈਵਨਿਊ ਚਾਹੀਦਾ ਤੇ ਸਾਡੇ ਜਿਹੜੇ ਸਟੂਡੈਂਟ ਜਦੋਂ ਇੱਥੋਂ ਉੱਥੇ ਜਾਣਗੇ ਤਦ ਹੀ ਉਹਨਾਂ ਦੀ ਕੰਟਰੀ ਵਿੱਚ ਪੈਸਾ ਆਊਗਾ। ਸਾਡੀ ਕੰਟਰੀ ਵਿੱਚ ਕੋਈ ਆਉਂਦਾ ਸਾਨੂੰ ਪੈਸਾ ਨਹੀਂ ਆ ਰਿਹਾ ਵਾ, ਪਰ ਸਾਡੇ ਬੱਚੇ ਜਦੋਂ ਉੱਥੇ ਜਾਂਦੇ ਨੇ ਤੇ ਉਹਨਾਂ ਨੂੰ ਪੈਸਾ ਆਉਂਦਾ। ਤੇ ਇਸ ਕਰਕੇ ਵੀਜ਼ਾ ਚਾਂਸਿਸ ਹਾਈ ਹੋਣ ਵਾਲੇ, ਜਿਵੇਂ ਕਿ ਪਹਿਲਾਂ 10 ਚੋਂ 5 ਵੀਜ਼ਾਸ ਆਉਂਦੇ ਸੀਗੇ, ਬਟ ਚਾਈਨਾ ਦੇ ਸਟੂਡੈਂਟਸ ਨਹੀਂ ਜਾਣ ਕਰਕੇ ਜਿਹੜੇ ਸਾਡੇ ਸਟੂਡੈਂਟਸ ਨੇ ਇੰਡੀਆ ਦੇ, ਪੰਜਾਬ ਦੇ, ਸਾਡੇ ਬੱਚਿਆਂ ਨੂੰ ਬੈਨੀਫਿਟ ਹੋਣ ਵਾਲਾ ਕਿ ਜਿੰਨੇ ਵੀ ਰਿਫਿਊਜ਼ਡ ਕੇਸਿਸ ਸੀਗੇ, ਜਿੰਨੇ ਵੀ ਗੈਪ ਵਾਲੇ ਬੱਚੇ ਸੀਗੇ, ਜਿੰਨੇ ਵੀ 1 'ਚ 5 ਮੋਡਿਊਲ, 1 'ਚ 5 ਬੈਂਡ ਸੀਗੇ ਇੱਕ ਮੋਡਿਊਲ ਦੇ ਵਿੱਚ, ਜਾਂ 2 ਮੋਡਿਊਲ ਦੇ ਵਿੱਚ 5.5 ਸੀਗੇ, ਉਹਨਾਂ ਬੱਚਿਆਂ ਵਾਸਤੇ ਸੁਨਹਿਰੀ ਮੌਕਾ ਹੈਗਾ ਕਿ ਉਹ ਆਪਣੀ ਫਾਈਲ ਨੂੰ ਲਗਾਉਣ ਤੇ ਆਪਣਾ ਵੀਜ਼ਾ ਲੈਣ। ਤੇ ਅੱਜ ਮੈਂ ਯੂਨੀਵਰਸਿਟੀ ਲੈ ਕੇ ਆਈ ਹਾਂ ਜਿਹੜੀ ਮੈਂ 3 ਪ੍ਰੋਵਿੰਸਿਸ ਦੇ ਵਿੱਚ ਦੱਸ ਰਹੀ ਹਾਂ। ਉਸ ਦੇ ਤੁਹਾਡੀ ਬਿਲਕੁਲ ਆਈਲੈਟਸ ਨਹੀਂ ਨਾਲ ਜਾਊਗੀ, ਜਿਹੜੀ ਫੀਸ ਹੈ ਤੁਹਾਡੀ ਉਹ ਵੀ ਸਿਰਫ 2.5 ਲੱਖ ਰੁਪਏ ਹੋਊਗੀ। ਤੇ ਇਸ ਦੇ ਬੈਨੀਫਿਟਸ ਤੁਸੀਂ ਪਲੀਜ਼ ਚੁੱਕੋ ਮੇਰੇ ਸਟੂਡੈਂਟਸ। ਔਰ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਕੁਝ ਗਲਤ ਕਰ ਰਹੀ ਹਾਂ ਸਟੂਡੈਂਟਸ ਦੇ ਨਾਲ ਤੇ ਸਿਰ ਮੱਥੇ ਤੁਹਾਡੇ ਇਲਜ਼ਾਮ ਮੇਰੇ ਤੇ, ਪਰ ਮੈਂ ਇਹੀ ਚੀਜ਼ ਕਹਿਣੀ ਚਾਹੂੰਗੀ
ਕਿ ਤੁਸੀਂ ਪੋਜ਼ਿਟਿਵਲੀ ਅਗਰ ਦੇਖੋ ਤੇ ਬੱਚਿਆਂ ਦੇ ਬੈਨੀਫਿਟ ਵਾਸਤੇ, ਬੱਚਿਆਂ ਨੂੰ ਇੱਕ ਘੱਟ ਫੀਸ ਦੇ ਵਿੱਚ ਭੇਜਣ ਦੇ ਨਾਤੇ ਮੈਂ ਜਿੱਥੇ ਲਾਈਵ ਹੋਈ ਹਾਂ ਤੁਹਾਨੂੰ ਦੱਸਣ ਵਾਸਤੇ ਕਿ ਤੁਸੀਂ ਇਸ ਚੀਜ਼ ਦਾ ਬੈਨੀਫਿਟ ਚੁੱਕੋ ਤੇ ਕਿਤੇ ਸੋਚਦੇ ਹੀ ਨਾ ਰਹਿ ਜਾਓ, ਕਿਉਂਕਿ ਬਹੁਤ ਸਾਰੇ ਏਜੰਟਸ ਨੇ ਫਾਈਲਾਂ ਲਗਾ ਚੁੱਕੇ ਨੇ ਤੇ ਐਮਬੈਸੀਆਂ ਵੀ ਜਿਹੜੀਆਂ ਖੁੱਲ ਚੁੱਕੀਆਂ ਨੇ, ਇੱਕ ਦੋ ਵੀਜ਼ਾਸ ਆ ਰਹੇ ਨੇ ਤੇ ਆਲਰੇਡੀ CIC ਦੀ ਵੈਬਸਾਈਟ ਤੇ ਦੱਸ ਦਿੱਤਾ ਗਿਆ, ਉਹ ਤੇ ਡਿਕਲੇਅਰ ਕੀਤਾ ਗਿਆ ਕਿ ਤੁਸੀਂ ਮੈਡੀਕਲ ਤੇ ਅਗਰ ਤੁਹਾਡੇ ਬਾਇਓਮੈਟ੍ਰਿਕਸ ਨਹੀਂ ਹੁੰਦੇ, ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਊਗਾ, ਤੁਸੀਂ ਆਪਣੇ ਡਾਕੂਮੈਂਟਸ ਲੇਟਰ ਔਨ ਵੀ ਇਹਨਾਂ ਨੂੰ ਦੇ ਸਕਦੇ। ਅਸੀਂ ਆਪਣੀ ਫਾਈਲ ਹੈ ਜਿਹੜੀ ਅਸੀਂ ਆਪਣੀ ਸਬਮਿਟ ਕਰ ਸਕਦੇ ਹਾਂ ਤੇ ਜਦੋਂ ਸਾਡੀ ਫਾਈਲ ਜਿਹੜੀ ਚੈੱਕ ਹੋ ਜਾਊਗੀ, ਜਿਹੜਾ ਐਮਬੈਸੀ ਆਫੀਸਰ ਹੋਊਗਾ, ਸਾਡਾ ਵੀਜ਼ਾ ਆਫੀਸਰ ਹੋਊਗਾ, ਸਾਡੀ ਫਾਈਲ ਨੂੰ ਚੈੱਕ ਕਰਨ ਤੋਂ ਬਾਅਦ ਜਦੋਂ ਮੈਡੀਕਲ ਤੇ ਬਾਇਓਮੈਟ੍ਰਿਕ ਸਟਾਰਟ ਹੋਣਗੇ ਉਸ ਟਾਈਮ ਤੇ ਰਿਜ਼ਲਟ ਜਿਹੜਾ ਸਾਡਾ ਡਿਕਲੇਅਰ ਹੋ ਜਾਊਗਾ। ਉਦੋਂ ਤੱਕ ਸਾਡੇ SOP ਵਗੈਰਾ ਚੈੱਕ ਕਰ ਲੈਣਗੇ, ਸਾਡੇ ਡਾਕੂਮੈਂਟਸ ਵਗੈਰਾ ਵੀ ਜਿਹੜੇ ਨੇ ਚੈੱਕ ਕੀਤੇ ਜਾਣਗੇ ਤੇ ਟਾਈਮ ਵੇਸਟ ਨਾ ਕਰਦੇ ਤੇ ਤੁਸੀਂ ਟਾਈਮ ਵੇਸਟ ਨਾ ਕਰਦਿਆਂ ਹੋਇਆਂ ਤੇ ਦੂਸਰੇ ਬੱਚੇ ਇਸ ਚੀਜ਼ ਦਾ ਫਾਇਦਾ ਨਾ ਚੁੱਕ ਲੈਣ ਜਿਨ੍ਹਾਂ ਦੇ ਆਲਰੇਡੀ ਫਾਈਲਸ ਲੱਗ ਗਈਆਂ ਨੇ, ਜਿਵੇਂ ਕਿ ਬਹੁਤ ਸਾਰੇ ਸਟੂਡੈਂਟਸ ਦੇ ਫੀਸਾਂ ਪੇ ਕਰਤੀਆਂ ਨੇ, SOPਆਂ ਤਿਆਰ ਹੋ ਰਹੀਆਂ ਨੇ, ਫਾਈਲਿੰਗ ਪ੍ਰੋਪਰ ਹੋ ਰਹੀ ਹੈ। ਸਿਰਫ ਮੈਡੀਕਲ ਦਾ ਤੇ ਮੈਂ ਬਾਇਓਮੈਟ੍ਰਿਕਸ ਦਾ ਵੇਟ ਕਰ ਰਹੀ ਸੀ ਕਿ ਜਿਹੜਾ ਕਿ CIC ਦੀ ਵੈਬਸਾਈਟ ਤੇ ਆਲਰੇਡੀ ਡਿਕਲੇਅਰ ਹੋ ਗਿਆ ਕਿ ਸਾਨੂੰ ਇਹ ਡਾਕੂਮੈਂਟਸ ਦੀ ਜ਼ਰੂਰਤ ਨਹੀਂ ਹੈ ਤੇ ਅਸੀਂ ਹੁਣ ਫਾਈਲ ਲੌਂਚ ਕਰਨ ਜਾ ਰਹੇ ਹਾਂ ਬਹੁਤ ਸਾਰੇ ਸਟੂਡੈਂਟਸ ਦੀ ਤੇ ਵੀਜ਼ਾ ਤੁਸੀਂ ਜਿਹੜਾ ਵਾ ਉਹ ਲੈ ਕੇ ਤੇ ਵੀਜ਼ਾ ਬਾਰ-ਬਾਰ ਇੱਥੇ ਕਾਲਸ ਆ ਰਹੀ ਹੈ, ਇਸ ਕਰਕੇ ਬਾਰ-ਬਾਰ ਮੈਨੂੰ ਜਿਹੜਾ ਵਾ ਵਿੱਚ ਰੁਕਾਵਟ ਪੈ ਰਹੀ ਹੈ ਤੇ ਪਲੀਜ਼ ਤੁਸੀਂ ਮਾਈਂਡ ਨਾ ਕਰਨਾ, ਮੈਂ ਕੰਟੀਨਿਊ ਕਰ ਰਹੀ ਹਾਂ। ਤੇ ਇੰਟਰਨੈਸ਼ਨਲ ਬਾਰਡਰਸ ਬਹੁਤ ਜਲਦੀ ਖੁੱਲਣ ਜਾ ਰਹੇ ਨੇ, ਜੁਲਾਈ ਦੇ ਐਂਡ ਤੱਕ ਜਾਂ ਅਗਸਤ ਦੇ ਫਸਟ ਵੀਕ ਤੱਕ ਫਾਈਨਲੀ ਜਿਹੜੇ ਨੇ ਬਾਰਡਰਸ ਓਪਨ ਹੋਣ ਜਾ ਰਹੇ ਨੇ। ਮੈਂ UK ਦੇ ਵੀ ਇੱਥੇ ਗੱਲ ਕਰ ਲਵਾਂ, ਨਾਲ ਹੀ ਲੱਗਦੇ ਹੱਥ ਕੈਨੇਡਾ ਦੀ ਕਾਉਂਸਲਿੰਗ ਦਿੰਦਿਆਂ ਹੋਇਆਂ, ਕੈਨੇਡਾ ਦੀ ਇਨਫੋਰਮੇਸ਼ਨ ਦਿੰਦਿਆਂ ਹੋਇਆਂ, UK ਦੇ ਵਿੱਚ ਵੀ ਜਿਹੜਾ ਵਾ ਜੁਲਾਈ ਦੇ ਪਹਿਲੇ ਹਫਤੇ ਜਿਹੜਾ ਵਾ ਇੰਟਰਨੈਸ਼ਨਲ ਬਾਰਡਰਸ ਜਿਹੜੇ ਨੇ ਓਪਨ ਹੋ ਰਹੇ ਨੇ ਤੇ ਸੈਕੰਡ ਵੀਕ ਦੇ ਵਿੱਚ 15 ਤਰੀਕ ਤੱਕ 15 ਜੁਲਾਈ ਤੱਕ ਜਿਹੜਾ ਵਾ ਤੁਹਾਡੇ ਰਿਜ਼ਲਟਸ ਜਿਹੜੇ ਨੇ UK ਦੇ ਆਉਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਜਿਹੜਾ ਵਾ ਆਪਣਾ ਤੁਸੀਂ UK ਦੇ ਵਾਸਤੇ ਵੀ ਤਿਆਰ ਰਹੋ ਕਿ ਤੁਸੀਂ ਜਿਹੜਾ ਵਾ ਆਪਣੀ ਫਾਈਲ ਜਿਹੜੀ ਹੈਗੀ ਆ ਤੁਹਾਡੇ ਵੀਜ਼ਾ ਵਾਸਤੇ ਕਿ ਤੁਹਾਨੂੰ ਸੈਪਟੈਂਬਰ ਇਨਟੇਕ ਜਿਹੜਾ ਮਿਲ ਜਾਵੇ, ਸੈਪਟੈਂਬਰ ਇਨਟੇਕ, ਨਵੰਬਰ ਇਨਟੇਕ, ਅਕਤੂਬਰ ਇਨਟੇਕ, ਜਨਵਰੀ ਇਨਟੇਕ, 2021 ਦਾ ਜੈਨ ਇਨਟੇਕ ਵੀ ਸਾਡੇ ਕੋਲ ਹੈਗਾ। ਇਨਟੇਕ ਸਾਡੇ ਕੋਲ ਸਾਰੇ ਨੇ, ਪਰ ਐਟਲੀਸਟ ਸਾਡੀ ਫਾਈਲ ਤੇ ਅਸੀਂ ਰੈਡੀ ਕਰੀਏ ਤਾਂ ਕਿ ਇਸ ਤਰ੍ਹਾਂ ਨਾ ਹੋਵੇ ਕਿ ਸਾਡਾ ਕੋਟਾ ਮੁੱਕ ਜਾਵੇ ਤੇ ਜਿਹੜੇ ਹੋਰ ਬੱਚੇ ਨੇ ਆਪਣੇ ਵੀਜ਼ਾ ਲੈ ਕੇ ਚਲੇ ਜਾਂਦੇ, ਤੁਸੀਂ ਸੋਚਦੇ ਹੀ ਰਹਿ ਜਾਓ ਕਿ ਪਤਾ ਨਹੀਂ ਵੀਜ਼ਾ ਆਣੇ ਕਿ ਨਹੀਂ ਆਣੇ, ਬਾਰਡਰਸ ਨਹੀਂ ਅਜੇ ਓਪਨ ਹੋਏ, ਆਫਿਸਿਸ ਨਹੀਂ ਅਜੇ ਓਪਨ ਹੋਏ। ਦੇਖੋ ਆਫਿਸਿਸ ਓਪਨ ਹੋਣਾ ਅਗਰ ਨਹੀਂ ਓਪਨ ਹੋ ਰਹੇ ਨੇ ਜਾਂ ਤੁਹਾਨੂੰ ਨਹੀਂ ਅਲਾਉਡ ਕੀਤਾ ਜਾ ਅਗਰ ਨਹੀਂ ਅਲਾਉਡ ਕੀਤਾ ਜਾ ਰਿਹਾ ਵਾ ਕਿ ਤੁਸੀਂ ਆਫਿਸਿਸ ਦੇ ਵਿੱਚ ਜਾ ਕੇ ਤੇ ਆਪਣੇ ਕੰਸਲਟੈਂਟਸ ਨੂੰ ਮਿਲੋ ਤੇ ਐਟਲੀਸਟ ਤੁਸੀਂ ਵੀਡੀਓ ਕਾਲਿੰਗ ਤੇ ਵੀ ਜਾਂ ਸਕਾਈਪ ਤੇ ਵੀ ਸਾਡੇ ਤੋਂ ਕਾਉਂਸਲਿੰਗ ਲੈ ਸਕਦੇ ਹੋ। ਤੇ ਆਨਲਾਈਨ ਜਿਹੜੀ ਹੈਗੀ ਹੈ ਸਾਨੂੰ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਫੀ ਹੈ ਕਾਲਜ ਯੂਨੀਵਰਸਿਟੀ ਦੀ ਪੇ ਕਰ ਦਿਓ ਤੇ ਅਸੀਂ ਤੁਹਾਡੀ ਪ੍ਰੋਸੈਸ ਸਟਾਰਟ ਕਰੀਏ, ਅਸੈਸਮੈਂਟ ਵੀ ਫ੍ਰੀ ਆਫ ਕਾਸਟ ਕਰਕੇ ਦਈਏ ਤੇ ਉਸ ਤੋਂ ਬਾਅਦ ਜਿਹੜਾ ਮਾਈਂਡ ਮੇਕਅਪ ਕਰੋ ਤੇ ਆਪਣੀ ਫਾਈਲਾਂ ਲਗਾਓ, ਟਾਈਮ ਨਾ ਵੇਸਟ ਕਰੋ ਕਿਉਂਕਿ ਔਨ ਦਾ ਟਾਈਮ ਦੇ ਵਿੱਚ ਲਾਸਟ ਵਿੱਚ ਵੀ ਤੁਹਾਨੂੰ ਜਾਣਾ ਹੀ ਪੈਣਾ। ਇੰਡੀਆ ਦੇ ਵਿੱਚ ਜੌਬਸ ਨਹੀਂ ਹੈਗੀਆਂ, ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹਾਲਾਤ ਨੇ, ਇੱਥੋਂ ਦੇ ਲੋਕ, ਇੱਥੋਂ ਦੇ ਸਟੂਡੈਂਟਸ ਜਿਹੜੇ ਨੇ, ਇੱਥੋਂ ਦੇ ਬੱਚੇ ਨੇ ਜਿਹੜੇ ਸਾਡੇ ਉਹ ਕਿਸ ਤਰ੍ਹਾਂ ਨਸ਼ਿਆਂ ਦੇ ਵਿੱਚ ਡੁੱਬ ਚੁੱਕੇ ਨੇ, ਉਹਨਾਂ ਨੂੰ ਦੇਖਦਿਆਂ ਹੋਇਆਂ ਸਾਡਾ ਫਰਜ਼ ਬਣਦਾ ਹੈ ਕਿ ਤੁਹਾਨੂੰ ਪ੍ਰੋਪਰ ਡਾਇਰੈਕਸ਼ਨ ਵਿੱਚ ਲੈ ਕੇ ਜਾਇਆ ਜਾਵੇ ਔਰ ਜਿਸ ਬੱਚੇ ਦੀ ਮਰਜ਼ੀ ਹੈਗੀ ਉਹ ਬੱਚੇ ਜਿਹੜੇ ਨੇ ਆਪਣਾ ਅਪਲਾਈ ਕਰ ਸਕਦੇ ਨੇ। ਜਿਨ੍ਹਾਂ ਨੂੰ ਮੇਰੀ ਵੀਡੀਓ ਨਹੀਂ ਚੰਗੀ ਲੱਗੀ ਹੋਵੇ, ਮੈਂ ਕਿਸੇ ਨੂੰ ਫੋਰਸਫੁਲੀ ਨਹੀਂ ਭੇਜ ਰਹੀ ਹਾਂ, ਪਰ ਹਾਂ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਮੇਰਾ ਫਰਜ਼ ਬਣਦਾ ਕਿ ਉਹਨਾਂ ਨੂੰ ਮੈਂ ਰਾਈਟ ਟਾਈਮ ਤੇ ਜਿਹੜਾ ਵਾ ਪ੍ਰੋਪਰ ਡਾਇਰੈਕਸ਼ਨ ਦੇ ਵਿੱਚ ਪ੍ਰੋਪਰ ਗਾਈਡੈਂਸ ਦਿੰਦਿਆਂ ਹੋਇਆਂ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਵਾਂ ਤੇ ਬਸ ਇੱਥੇ ਮੇਰਾ ਇਹੀ ਮਕਸਦ ਹੈਗਾ ਵਾ। ਹੋਪ ਸੋ ਤੁਸੀਂ ਮੇਰੀ ਇਸ ਗੱਲ ਨੂੰ ਸਮਝ ਪਾਓਗੇ, ਇਸ ਨੂੰ ਨੈਗੇਟਿਵਲੀ ਨਾ ਲਓਗੇ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਦੇ ਵਾਸਤੇ ਜਿਹੜਾ ਵਾ ਤੁਹਾਨੂੰ ਕੋਈ ਵੀ ਤੁਹਾਡੀ ਕੁਐਰੀ ਹੋਵੇ ਤੁਸੀਂ ਮੈਨੂੰ ਤੇ ਕਮੈਂਟ ਵਿੱਚ ਵੀ ਦੇ ਸਕਦੇ ਹੋ ਜਾਂ ਤੁਸੀਂ ਮੈਨੂੰ ਪਰਸਨਲੀ ਕਾਲ ਵੀ ਕਰ ਸਕਦੇ ਹੋ। ਮੇਰਾ ਨੰਬਰ ਇੱਥੇ ਡਿਸਪਲੇ ਹੋ ਰਿਹਾ ਹੋਗਾ 95 17 17 20 20। ਥੈਂਕਸ ਅ ਲੋਟ।